देश दुनिया च वसदे पंजाबियों नूं जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार नरिंदरपाल सिंह। सरदार साहब, सियासत एक ऐसा कसब है जिहदे विच कहंदे जे दोष ना लगण ते बंदा वड्डा लीडर नहीं बनदा। बिल्कुल ठीक है, लेकिन दोष जदों प्रूव होने शुरू हो जाण, साबित होने शुरू हो जाण, फिर औखा हो जाता, फिर हालात इन्ने टेढ़े भी हो सकते आ भी जे चंगे दिन आ हाँ ते जिद्दां 2016 दे विच पावन सरूपां वाला मसला किते उठिया ही ना, बिल्कुल। ते अज 2020 दे विच 16 वाले उन्हां दोषां ने फन चक लिया पूरी तरह। बिल्कुल। और अज हालात ये हो गए कि अपने आप नूं जिहड़ा 4 साल बचाया सी वो साफ स्पष्ट हो गया कि ये जो कुछ श्रोमणी कमेटी की पारदर्शिता सी ਉਹਦੇ ਤੇ ਵੱਡਾ ਸਵਾਲੀਆ ਚਿੰਨ੍ਹ ਲੱਗ ਗਿਆ। ਜਦੋਂ ਕੁਦਰਤ ਕਹਿਰਵਾਨ ਹੁੰਦੀ ਹੈ, ਬਿਲਕੁਲ ਸਹੀ ਗੱਲ। ਕੁਦਰਤ ਕਹਿਰਵਾਨ ਹੋਵੇ ਬੰਦੇ ਦੇ ਸਭ ਹੀਲੇ ਵਸੀਲੇ ਫੇਲ ਹੋ ਜਾਂਦੇ ਆ। ਠੀਕ। ਕੁਦਰਤ ਮਿਹਰਬਾਨ ਹੋਵੇ ਤੇ ਹਰ ਚੀਜ਼ ਪਰਦੇ ਤੇ ਜੱਬੀ ਜਾਂਦੀ। ਬਿਲਕੁਲ ਸਹੀ ਗੱਲ ਹੈ। ਕਹਿੰਦੇ ਨੇ ਕਿ ਅੱਲਾਹ ਨਿਗਹਿਬਾਨ ਤੋਂ ਗਦਾ ਪਹਿਲਵਾਨ, ਤੇ ਜੇ ਕੁਦਰਤ ਦੀ ਕਰੋਪੀ ਹੈ ਤੇ ਫਿਰ ਬਚਾ ਕੋਈ ਨਹੀਂ ਸਕਦਾ। ਕੁਦਰਤ ਕਦੇ ਕਿਸੇ ਨਾਲ ਨਾਇਨਸਾਫੀ ਨਹੀਂ ਕਰਦੀ। ਦੇਰ ਸਵੇਰ ਹਰੇਕ ਚੀਜ਼ ਦੇ ਫੈਸਲੇ ਹੁੰਦੇ ਆ। ਅੱਜ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪੰਜ ਪਿਆਰਿਆਂ ਨਾਲ ਜਦੋਂ ਬੈਠਦੇ ਆ ਔਰ ਜਿਹੜੇ ਫੈਸਲੇ ਆਉਂਦੇ, ਇਹ 2 ਸਫ਼ੇ ਦਾ ਪ੍ਰੈਸ ਨੋਟ ਨਹੀਂ, ਇਹ ਇਬਾਰਤ ਆ ਉਸ ਭਵਿੱਖ ਦੀ ਜਿਹੜਾ ਭਵਿੱਖ ਮੂੰਹ ਅੱਡ ਕੇ ਅਕਾਲੀ ਦਲ ਲਈ ਖੜਾ ਹੈ, ਜਿਹਦੇ ਵਿੱਚ ਅਜੇ ਹੋਰ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਕੋਈ ਤਾਂ ਕਹੂਗਾ ਕਿ ਇਹ ਫੈਸਲਾ ਪਾਵਨ ਸਰੂਪਾਂ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਵੱਲ ਗਿਆ, ਤੇ ਕੋਈ ਕਹੂਗਾ ਕਿ ਇਹ ਤਾਂ ਜੀ ਦੇਖੋ ਕੈਨੇਡਾ ਵਾਲੇ ਰਿਪੋਦਮਨ ਨੂੰ ਕਿਹਾ ਮਲਕ ਨੂੰ, ਤੇ ਕੋਈ ਕਹੇਗਾ ਢੱਡਰੀਆਂ ਵਾਲੇ ਦਾ ਮਸਲਾ ਹੈ। ਲੇਕਿਨ ਕੁੱਲ ਮਿਲਾ ਕੇ ਇਹ ਉਹ ਸਿਆਸਤ ਆ ਜਿਹੜੀ ਅਸੀਂ ਪੀਂਦੇ ਰਹੇ। ਬਿਲਕੁਲ। ਦੇਖੋ, ਜੇ ਅਸੀਂ ਕੈਨੇਡਾ ਵਾਲੇ ਲੋਕਾਂ ਦੀ ਗੱਲ ਕਰਾਂਗੇ ਤੇ ਘੱਟੋ ਘੱਟ ਉਹ ਪੰਥ ਹੋਣ ਦਾ ਦਾਅਵਾ ਨਹੀਂ ਕਰਦੇ ਜੀ। ਜੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਗੱਲ ਕੀਤੀ ਜਾਏਗੀ ਤੇ ਉਸ ਨੂੰ ਅਜੇ ਤੱਕ ਲੋਕ ਇੱਕ ਚੰਗਾ ਗਾਇਕ ਜਾਂ ਕੀਰਤਨੀਆ ਮੰਨ ਸਕਦੇ ਨੇ, ਕਥਾਵਾਚਕ ਕੁਝ ਲੋਕ ਮੰਨਦੇ ਨੇ, ਕੁਝ ਨਹੀਂ ਮੰਨਦੇ, ਲੇਕਿਨ ਉਹ ਵੀ ਪੰਥ ਨਹੀਂ ਕਹਾਉਂਦਾ। ਢੱਡਰੀਆਂ ਵਾਲਾ ਵਿਵਾਦ ਪੈਦਾ ਕਰਕੇ ਉਹ ਚੋਂ ਨਿਕਲਣਾ ਚਾਹੁੰਦਾ ਹੈ। ਢੱਡਰੀਆਂ ਵਾਲੇ ਨੂੰ ਲੱਗਦਾ ਹੈ ਕਿ ਇਹ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਜੇ ਵਿਕਣਾ ਹੈ ਤੇ ਵਿਕਣ ਲਈ ਕੁਝ ਵਿਵਾਦ ਚਾਹੀਦੇ, ਵਿਕਣ ਲਈ ਵਿਵਾਦ ਚਾਹੀਦੇ। ਉਸੇ ਤਰ੍ਹਾਂ ਜਿਵੇਂ ਪੰਜਾਬੀ ਸਿੰਗਰ ਕੰਟਰੋਵਰਸੀ ਚੋਂ ਨਿਕਲਦੇ ਆ, ਕੁਛ ਨਾ ਕੁਛ ਪਾਉਂਦੇ ਹੀ ਰਹਿੰਦੇ ਆ। ਲੇਕਿਨ ਸਰਦਾਰ ਜੀ, ਜਦੋਂ ਗੱਲ ਸ਼੍ਰੋਮਣੀ ਕਮੇਟੀ ਵੱਲ ਆਉਂਦੀ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਲਗਾਤਾਰ ਸਾਲਾਂ ਤੋਂ ਇੱਕ ਪਰਿਵਾਰ ਦੀ ਸਰਪ੍ਰਸਤੀ ਹਾਸਲ ਹੈ। ਤੁਸੀਂ ਜਦੋਂ ਕਹਿੰਦੇ ਹੋ ਨਾ ਕਾਂਗਰਸ ਤੇ ਮਸਲੇ, ਉਹਦੇ ਵਿੱਚੋਂ ਗਾਂਧੀ ਪਰਿਵਾਰ ਵੱਖਰਾ ਨਹੀਂ ਹੁੰਦਾ। ਨਾ ਠੀਕ ਹੈ ਜੀ। ਉਹ ਕਾਂਗਰਸ ਤੇ ਮਸਲੇ ਜਾਂ ਫੈਸਲੇ ਨਹੀਂ ਹੁੰਦੇ, ਉਹ ਗਾਂਧੀ ਪਰਿਵਾਰ ਦੇ ਨੇ ਦਹਾਕਿਆਂ ਤੋਂ। ਤੇ ਅਕਾਲੀ ਦਲ ਬਾਦਲ ਦੇ ਵਿੱਚ ਦਹਾਕਿਆਂ ਤੋਂ ਅਕਾਲੀ ਦਲ ਦੇ ਨਹੀਂ, ਬਾਦਲ ਪਰਿਵਾਰ ਦੇ ਫੈਸਲੇ। ਦੇਖੋ, ਮੰਨੀਏ ਨਾ ਮੰਨੀਏ, ਇਹ ਸੱਚ ਤਸੱਵਰ ਕਰਨੇ ਪੈਣਗੇ, ਖਿਆਲਣੇ ਪੈਣਗੇ ਤੇ ਇਹਨਾਂ ਨੂੰ ਸਵੀਕਾਰ ਕਰਨਾ ਪਊਗਾ ਕਿ ਜਿਹੜੀਆਂ ਕਮੇਟੀਆਂ ਅਹੁਦੇਦਾਰ ਰਾਦਰ ਮੈਂ ਤਾਂ ਸਕੱਤਰਾਂ ਤੱਕ ਦੀਆਂ ਨਿਯੁਕਤੀਆਂ ਦੇ ਵਿੱਚ ਦਖਲ ਦੀ ਗੱਲ ਕਰੂੰਗਾ, ਕੋਈ ਲੱਖ ਆਖੇ ਕਿ ਅਸੀਂ ਸਿਆਸੀ ਦਖਲ ਨਹੀਂ, ਲੇਕਿਨ ਇਹ ਜੋ ਕੁਝ ਹੋਇਆ ਇਹਦੇ ਲਈ ਜ਼ਿੰਮੇਵਾਰੀ ਫਿਕਸ ਹੁੰਦੀ, ਤੇ ਜ਼ਿੰਮੇਵਾਰੀ ਫਿਕਸ ਸਿਆਸੀ ਲੋਕਾਂ ਦੀ ਹੁੰਦੀ, ਤੇ ਸਿਆਸੀ ਲੋਕਾਂ ਦੇ ਵਿੱਚ ਬਾਦਲ ਪਰਿਵਾਰ ਦੀ ਹੁੰਦੀ। ਤੇ ਅੱਜ ਜਿਹੜੇ ਫੈਸਲੇ ਹੋਏ, ਜਿਹੜੇ ਅਹੁਦੇਦਾਰਾਂ ਨੂੰ ਕਿਹਾ ਕਿ ਤੁਸੀਂ ਅਗਲੀ 18 ਤਰੀਕ ਨੂੰ ਆ ਕੇ ਪੇਸ਼ ਹੋਵੋ 10 ਵਜੇ, ਉਹ ਪੂਰੀ ਅੰਤਰਿੰਗ ਕਮੇਟੀ, ਉਹ ਸਾਬਕਾ ਚੀਫ ਸਕੱਤਰ, ਉਹ ਸਾਰੇ ਦੇ ਸਾਰੇ ਪਸੰਦ ਉਹਨਾਂ ਦੀ ਸੀ, ਉਹਨਾਂ ਦੀ। ਸੋ ਇਸ ਕਰਕੇ ਜੇ ਅੱਜ ਵੀ ਕੁਝ ਹੋ ਰਿਹਾ, ਅੱਜ ਤੋਂ 10 ਸਾਲ ਪਹਿਲਾਂ ਵੀ ਹੋਇਆ, ਤੇ ਜ਼ਿੰਮੇਵਾਰੀ ਉਹਨਾਂ ਦੀ ਹੈ ਜਿਨ੍ਹਾਂ ਨੇ ਉਹ ਲਾਏ। ਬਿਲਕੁਲ। ਦੇਖੋ, 2 ਚੀਜ਼ਾਂ ਮੈਂ ਬੜਾ ਸਾਫ਼ ਕਰਨ ਲੱਗਾ। ਤੁਸੀਂ ਹੁਣ ਗੱਲ ਕੀਤੀ ਕੁਦਰਤੀ ਗੱਲਾਂ 'ਚ ਗੱਲ ਤੁਰੀ ਹੈ, ਗਾਂਧੀ ਪਰਿਵਾਰ ਵੀ ਕਾਂਗਰਸ ਜਿਹੜੀ ਹੈ ਗਾਂਧੀ ਪਰਿਵਾਰ ਤੋਂ ਬਿਨਾਂ ਨਹੀਂ, ਜੋ ਇਸ ਵੇਲੇ ਆਵਾਜ਼ ਦਿੱਤੀ ਜਾ ਰਹੀ। ਜਿਹੜਾ ਪੰਥ ਜਿਹਨੂੰ ਦਲ ਕਹਿੰਦੇ ਸੀ, ਅਕਾਲੀ ਦਲ ਕਹਿੰਦੇ ਸੀ, ਉਹ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ, ਪੰਥ ਪ੍ਰਕਾਸ਼ ਸਿੰਘ ਬਾਦਲ, ਇਹ ਤੋਂ ਗਾਂ ਕੁਛ ਨਹੀਂ, ਮੱਕੇ ਤੋਂ ਅੱਗੇ ਉਜਾੜ। ਲੇਕਿਨ ਦੋਨਾਂ ਦੀ ਜਿਹੜੀ ਸੱਤਾ ਦੀ ਵਿੱਚ ਹੈਗੀ ਪੈਰ ਧਰਾਵਾ, ਪੱਕਾ ਪੈਰ ਧਰਾਵਾ, 1978 ਸੰਨ ਦਾ। ਸਰਦਾਰ ਜੀ, 1978 'ਚ ਇੰਦਰਾ ਗਾਂਧੀ ਕਾਂਗਰਸ ਦੀ ਪ੍ਰਧਾਨ ਬਣਦੀ ਹੈ। 1978 'ਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਇੱਕ ਸਥਾਪਿਤ ਮੁੱਖ ਮੰਤਰੀ ਸਾਹਮਣੇ ਔਰ 78 ਦੇ ਵਿੱਚ ਹੀ ਅੰਮ੍ਰਿਤਸਰ ਚੋਂ ਕਾਂਡ ਵਾਪਰਦਾ, ਘਟਨਾਵਾਂ ਦਾ ਸਿਲਸਿਲਾ ਉੱਥੋਂ ਸ਼ੁਰੂ ਹੁੰਦਾ। 42 ਸਾਲ ਦਾ ਵਕਫਾ ਇਹ ਆ, 42 ਸਾਲ ਦਾ ਵਕਫਾ ਉਹ ਆ। ਪਰ ਸਰਦਾਰ ਜੀ ਦੇਖੋ ਨਾ ਕਿ ਅਸੀਂ ਬਾਦਲ ਪਰਿਵਾਰ ਨੇ, ਬਾਦਲ ਅਕਾਲੀ ਦਲ ਨੇ ਜਿਸ ਤਰੀਕੇ ਨਾਲ ਆਪਣੇ ਆਪ ਨੂੰ ਅੱਗੇ ਲਿਆਂਦਾ, ਬਿਲਕੁਲ
ਉਹਦੇ ਵਿੱਚ ਜਿੰਨਾ ਚਿਰ ਸਭ ਠੀਕ ਸੀ ਲੋਕ ਪੈਰ 'ਚ ਪੈਰ ਧਰੀ ਗਏ। ਬਿਲਕੁਲ। ਔਰ ਜਿੰਨਾ ਚਿਰ ਸਭ ਠੀਕ ਸੀਗਾ ਤੁਸੀਂ ਵੱਡੇ ਹੁੰਦੇ ਗਏ, ਕੱਦ ਜਿਹੜੇ ਆ ਬੋਰਡ ਦੀ ਸ਼ਾਮ ਵਰਗੇ ਹੁੰਦੇ ਗਏ। ਬਿਲਕੁਲ। ਲੇਕਿਨ ਜਦੋਂ ਉਹ ਕਹਿੰਦੇ ਹੁੰਦੇ ਖਿੱਦੂ ਨੂੰ ਤੁਸੀਂ ਖਿਲਾਰਨਾ ਸ਼ੁਰੂ ਕਰ ਦਿਓ, ਲੀਰ ਦਰ ਲੀਰ, ਲੀਰ ਦਰ ਲੀਰ, ਤੇ ਫਿਰ ਅੱਜ ਉਹ ਇੱਕ ਵੀ ਮਸਲਾ ਐਸਾ ਨਹੀਂ ਜਿਹੜਾ ਫੇਵਰ 'ਚ ਜਾਂਦਾ। ਬਿਲਕੁਲ। ਅੱਜ ਪਿਛਲੇ ਕਈ ਸਾਲਾਂ ਦੇ ਵਿੱਚ ਉਲਝੇ ਹੋਏ ਮਸਲੇ ਜਦੋਂ ਸਾਹਮਣੇ ਆਉਂਦੇ ਆ, ਕਦੇ ਕਹਿੰਦੇ ਸੀਗੇ ਇਹਨਾਂ ਦੇ ਰਾਜ ਵਿੱਚ ਤਾਂ ਜਿਵੇਂ ਸੂਰਜ ਨਹੀਂ ਡੁੱਬਦਾ। ਜੀ ਬਾਦਲ ਭਾਵੇਂ ਸੱਤਾ ਵਿੱਚ ਸੀਗੇ ਜਾਂ ਨਹੀਂ ਸੀ, ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਸੀ, ਸਦਾ ਵੱਡੇ ਤਾਮਝਾਮ ਚ ਰਹੇ। ਅੱਜ ਹੁਣ ਸਥਿਤੀ ਹੈ ਕਿ ਹਰ ਚੀਜ਼ ਚੰਗੀ ਕਰਨ ਦੀ ਕੋਸ਼ਿਸ਼ ਕਰਦੇ ਆ। ਜਿਹੜੇ ਨਵੇਂ ਫੈਸਲੇ ਆ ਸਰਦਾਰ ਜੀ, ਇਹਨਾਂ ਦੇ ਜਵਾਬ ਦੇਣੇ ਬੜੇ ਔਖੇ ਆ। ਮੈਂ ਇਹੋ ਗੱਲ ਕਰਨ ਲੱਗਾ ਕਿ 1995 ਤੋਂ ਲੈ ਕੇ 1997 ਦਾ ਇੱਕ ਸਮਾਂ ਆ ਜੀ, ਜਦੋਂ ਗੁਰਚਰਨ ਸਿੰਘ ਟੋੜਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ, ਘੱਟੋ ਘੱਟ ਉਹਨਾਂ ਨੂੰ ਪੰਥ ਦਾ ਇੱਕ ਧਾਰਮਿਕ ਚਿਹਰਾ ਜਿਹੜਾ ਜ਼ਰੂਰ ਮੰਨਿਆ ਜਾਂਦਾ ਸੀ, ਪੰਥਕ ਚਿਹਰਾ ਮੰਨਿਆ ਜਾਂਦਾ ਸੀ। ਉਸ ਵੇਲੇ ਗੁਰੂ ਰਾਮਦਾਸ ਮੈਡੀਕਲ ਕਾਲਜ ਸਾਹਮਣੇ ਆਉਂਦਾ ਜੀ, ਗੁਰੂ ਰਾਮਦਾਸ ਡੈਂਟਲ ਕਾਲਜ ਸਾਹਮਣੇ ਆਉਂਦਾ, ਉਸ ਵੇਲੇ ਫਤਿਹਗੜ੍ਹ ਸਾਹਿਬ ਇੰਜੀਨੀਅਰਿੰਗ ਕਾਲਜ ਸਾਹਮਣੇ ਆਉਂਦਾ, ਉਸ ਵੇਲੇ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਸਾਹਮਣੇ ਆਉਂਦਾ। ਉਸ ਵੇਲੇ ਇੱਕ ਸੰਸਥਾ ਐਸੀ ਸਾਹਮਣੇ ਆਉਂਦੀ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਭਵਨ ਗੁਰਦੁਆਰਾ ਰਾਮਸਰ ਸਾਹਿਬ ਵਿਖੇ, ਜਿੱਥੇ ਸ਼੍ਰੋਮਣੀ ਕਮੇਟੀ ਆਪਣੇ ਪ੍ਰਕਾਸ਼ਨਾਂ ਜਿਹੜੀਆਂ ਉਹਨਾਂ ਦੇ ਲਈ ਆਫਸੈਟ ਪ੍ਰੈਸ ਲਾਉਂਦੀ ਜੀ। ਇਹ ਆਫਸੈਟ ਪ੍ਰੈਸ ਜਿਹੜੀ ਆ ਜਿੱਥੇ ਜਿਹੜੀ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ ਹੈ ਰਾਮਸਰ ਰੋਡ, ਉੱਥੋਂ ਲੈ ਕੇ ਗਾਂਹ ਤੁਰਦੀ ਆ। ਔਰ ਅੱਜ ਉਹੀ ਗੁਰੂ ਰਾਮਦਾਸ ਜਿਹੜੀ ਗੁਰਦੁਆਰਾ ਰਾਮਸਰ ਚ ਗੁਰੂ ਗ੍ਰੰਥ ਸਾਹਿਬ ਭਵਨ ਆ, ਉੱਥੇ ਜਿਹੜਾ ਪਬਲੀਕੇਸ਼ਨ ਵਿਭਾਗ ਆ, ਉੱਥੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਹੁੰਦੀ ਹੈ, ਉਹਦੇ ਸਰੂਪ ਜਦੋਂ ਇਹ ਕਹਿੰਦੇ ਨੇ ਕਿ ਇੱਥੇ 267 ਸਰੂਪ ਘਟ ਗਏ ਜੀ, ਤੇ ਲੋਕ ਇਹਨਾਂ ਦੇ ਨਾਲ ਸਹਿਮਤ ਨਹੀਂ ਹੁੰਦੇ ਜੀ। ਲੋਕ ਕਹਿੰਦੇ ਘਟੇ ਨਹੀਂ, ਚੋਰੀ ਹੋਈ, ਗਾਇਬ ਕਰ ਦਿੱਤੇ ਗਏ। ਦੇਖੋ ਇਬਾਰਤ ਸੁਣੋ, ਲੇਕਿਨ ਉਹਦੇ ਨਾਲ ਸਭ ਕੁਝ ਜਿਹੜਾ ਆ ਤੁਹਾਡਾ ਕਿੱਥੇ ਜਾਂਦਾ ਸੀ। ਬਿਲਕੁਲ ਠੀਕ। ਫਿਰ ਤੁਸੀਂ ਕਹਿੰਦੇ ਹੋ ਕਿ ਨਹੀਂ, ਤੁਹਾਡੀ ਇੱਕ ਸਬ ਕਮੇਟੀ ਕਹਿੰਦੀ ਨਹੀਂ ਜਾਂਚ ਹੋ ਸਕਦੀ, ਦੂਸਰੀ ਐਗਜ਼ੈਕਟਿਵ ਕਹਿੰਦੀ ਅਸੀਂ ਜਾਂਚ ਨਹੀਂ ਕਰ ਸਕਦੇ ਜੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਹਿ ਦਿੱਤਾ ਜਾਂਦਾ ਕਿ ਤੁਸੀਂ ਜਾਂਚ ਕਿਸੇ ਸਾਬਕਾ ਜੱਜ ਕੋਲ ਕਰਾਓ। ਜੱਜ ਮੌਕੇ ਤੋਂ ਬਾਅਦ ਕਹਿੰਦਾ ਕਿ ਮੈਂ ਨਹੀਂ ਆ ਰਿਹਾ, ਫਿਰ ਜਿਹੜਾ ਵਕੀਲ ਲਿਆਂਦਾ ਉਹ ਜਾਂਚ ਕਰ ਰਿਹਾ, ਔਰ 1 ਮਹੀਨੇ ਬਾਅਦ ਤੁਹਾਡੇ ਸਾਹਮਣੇ 1000 ਪੇਜ ਦੀ ਉਹ ਜਾਂਚ ਰਿਪੋਰਟ ਹੈ। ਸਰਦਾਰ ਜੀ, ਕੀ ਇਸ ਮੌਕੇ ਤੇ ਜਿਹੜਾ ਸਿੰਘ ਸਾਹਿਬਾਨ ਵੱਲੋਂ ਫੈਸਲਾ ਦਿੱਤਾ ਗਿਆ ਜੀ, ਸ਼੍ਰੋਮਣੀ ਕਮੇਟੀ ਇਮਾਨਦਾਰੀ ਨਾਲ ਅਮਲ ਕਰੂਗੀ? ਕੀ ਇਹਦੇ ਵਿੱਚ ਸ਼ਾਮਲ ਉਹ ਸਾਰੇ ਲੋਕ ਜਿਨ੍ਹਾਂ ਦਾ ਜ਼ਿਕਰ ਹੋਇਆ ਹੋਊਗਾ, ਅਜੇ ਜਨਤਕ ਤਾਂ ਕੀਤੇ ਨਹੀਂ, ਕੀ ਉਹਨਾਂ ਤੇ ਸਖਤ ਕਾਰਵਾਈ ਹੋਊਗੀ ਜਾਂ ਸਿੰਪਲ ਜੁਰਮਾਨੇ ਲਾ ਕੇ ਪਾਸੇ ਕਰਤੇ ਜਾਣਗੇ? ਕੀ ਇਸ ਤੋਂ ਬਾਅਦ ਜੀ ਲੋਕਾਂ ਦੇ ਵਿੱਚ ਇਹ ਲਿਆਂਦਾ ਜਾਊਗਾ ਕਿ ਗਲਤੀ ਕਿੱਥੇ ਕਿੱਥੇ ਹੋਈ ਤੇ ਕਿਉਂ ਹੋਈ, ਤੇ ਇਹ ਸਰੂਪ ਕਿੰਨਾਂ ਨੂੰ ਦਿੱਤੇ ਗਏ, ਤੇ ਉਹ ਸਰੂਪ ਸੁਰੱਖਿਅਤ ਹੱਥਾਂ 'ਚ ਹੈ ਵੀ ਕਿ ਨਹੀਂ? ਠੀਕ ਹੈ ਜੀ। ਕੀ ਇਹ ਸਾਰੀਆਂ ਚੀਜ਼ਾਂ ਨੰਗੀਆਂ ਚਿੱਟੀਆਂ ਹੋਣਗੀਆਂ ਜਾਂ ਧਰਮ ਦੀ ਪਰਦਾਪੋਸ਼ੀ ਰਹੂਗੀ ਕਿ ਇਹ ਸੈਂਸਿਟਿਵ ਮਸਲੇ ਆ ਬਾਹਰ ਨਾ ਲਿਆਂਦੇ ਜਾਣ? ਪਰ ਕੌਣ ਇਹਨਾਂ ਗੱਲਾਂ ਦਾ ਜਵਾਬ ਦੇਊਗਾ ਜਦੋਂ ਸਾਰੀਆਂ ਧਿਰਾਂ ਆਖੀ ਜਾਂਦੀਆਂ ਸੀ ਸ਼੍ਰੋਮਣੀ ਕਮੇਟੀ 'ਚ ਸਭ ਅੱਛਾ ਨਹੀਂ? ਭਾਈ ਰਣਜੀਤ ਸਿੰਘ ਹਰ ਫੰਕਸ਼ਨ ਦੇ ਵਿੱਚ ਭਾਸ਼ਾ ਵੀ ਬੜੀ ਉਹ ਤੁਹਾਨੂੰ ਪਤਾ ਹੈ, ਔਰ ਇਸੇ ਤਰੀਕੇ ਨਾਲ ਬਾਕੀ ਜਿੰਨੇ ਵੀ ਰਾਈਵਲ ਅਕਾਲੀ ਦਲ ਸੀਗੇ, ਬਾਕੀ ਪੰਥਕ ਧਿਰਾਂ ਸੀਗੀਆਂ, ਉਹ ਸਾਰੀਆਂ ਕਹਿੰਦੀਆਂ ਸੀ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ 'ਚ ਸੁਧਾਰ ਲਿਆਉਣਾ, ਇਹਦੀ ਆ ਇਲੈਕਸ਼ਨਾਂ ਕਰਾਓ। ਇਹਦਾ ਮਤਲਬ ਹੈ ਕਿ ਜੇ ਅੱਜ ਚੰਗੇ ਤਰੀਕੇ ਨਾਲ ਜਵਾਬ ਨਹੀਂ ਆਉਂਦਾ, ਅੱਜ ਜੇ ਇਹ ਜਵਾਬ ਦੇਣ 'ਚ ਕਾਮਯਾਬ ਨਹੀਂ ਹੁੰਦੇ, ਲੋਕਾਂ ਦੀ ਤਸੱਲੀ ਨਹੀਂ ਕਰਾ ਪਾਉਂਦੇ, ਤੇ ਫਿਰ ਉਹ ਜਿਹੜੇ ਦੋਸ਼ ਸੀ ਉਹ ਸੱਚੇ ਨੇ, ਇਹਨਾਂ ਨੂੰ ਲੋਕਾਂ 'ਚ ਜਾਣ ਲੱਗਿਆ ਬੜੀ ਤਕਲੀਫ ਦਾ ਸਾਹਮਣਾ ਕਰਨਾ ਪਊਗਾ। ਬਿਲਕੁਲ। ਦੇਖੋ, ਜਿਹੜਾ ਸਭ ਤੋਂ ਅਹਿਮ ਇਹ 'ਚ ਦੋਸ਼ ਮੰਨਿਆ ਗਿਆ, ਸਭ ਤੋਂ ਅਹਿਮ ਦੋਸ਼ ਉਹ ਇਹ ਆ ਕਿ ਜਦੋਂ ਇਸ 2016 ਦੇ ਵਿੱਚ ਉੱਥੇ ਏਸੀ ਦਾ ਸ਼ਾਰਟ ਸਰਕਟ ਹੋ ਜਾਂਦਾ, ਸ਼੍ਰੋਮਣੀ ਕਮੇਟੀ ਅਨੁਸਾਰ 14 ਸਰੂਪ ਜਿਹੜੇ ਨੇ, 9 ਸਰੂਪ ਜਿਹੜੇ ਨੇ ਅਗਨ ਭੇਟ ਹੋ ਜਾਂਦੇ ਨੇ, 5 ਜਿਹੜੇ ਨੇ ਉਹੜੀ ਫਾਇਰ ਬ੍ਰਿਗੇਡ ਵਾਲੇ ਪਾਣੀ ਮਾਰਦੇ ਨੇ, ਉਹਦੇ ਨਾਲ ਨੁਕਸਾਨੇ ਜਾਂਦੇ ਨੇ ਜੀ। ਉਸ ਘਟਨਾ ਨੂੰ ਲੈ ਕੇ ਉਸ ਵੇਲੇ ਦੀ ਐਗਜ਼ੈਕਟਿਵ ਕਮੇਟੀ, ਜਿਹਦੇ 'ਚ ਅਵਤਾਰ ਸਿੰਘ ਮੱਕੜ ਪ੍ਰਧਾਨ ਸੀ, ਅੱਜ ਉਹ ਇਸ ਸੰਸਾਰ ਵਿੱਚ ਨਹੀਂ ਹੈ, ਲੇਕਿਨ ਉਹਨਾਂ ਦੇ ਬਾਕੀ ਐਗਜ਼ੈਕਟਿਵ ਮੈਂਬਰ ਅੱਜ ਕਾਇਮ ਨੇ, ਜਿਉਂਦੇ ਜਾਗਦੇ ਨੇ। ਜਿਹੜੇ ਉਸ ਵੇਲੇ ਦੇ ਚੀਫ ਸਕੱਤਰ ਸ਼੍ਰੋਮਣੀ ਕਮੇਟੀ, ਆਖਰ
ਇਹਨਾਂ ਲੋਕਾਂ ਨੇ ਇੱਕ ਪਛਤਾਤਾਪ ਕਰਨਾ ਜ਼ਰੂਰੀ ਕਿਉਂ ਨਹੀਂ ਸਮਝਿਆ? ਤੇ ਇੱਕ ਹੋਰ ਸਵਾਲ ਵੀ ਉੱਠਦਾ, ਇਹਨਾਂ ਤੇ ਪਛਤਾਤਾਪ ਨਹੀਂ ਕੀਤਾ, ਉਦੋਂ ਦੇ ਸਿੰਘ ਸਾਹਿਬ ਕਿੱਥੇ ਸੀਗੇ? ਸਵਾਲ ਇਹ ਵੀ ਆ ਕਿ ਜੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਾਂ ਉੱਪਰਲੀ ਸੁਪਰੀਮ ਕੋਰਟ ਵੀ ਜੀ ਜੇਕਰ ਕਿਸੇ ਮਸਲੇ ਨੂੰ ਅਖਬਾਰ ਦੇ ਵਿੱਚ ਛਪਿਆ ਦੇਖਦੇ ਆ ਤੇ ਪਬਲਿਕ ਇੰਟਰਸਟ ਵਿੱਚ ਹੁੰਦਾ ਤੇ ਉਹਦਾ ਉਹ ਨੋਟਿਸ ਆਪਣੇ ਆਪ ਲੈ ਲੈਂਦੇ ਆ, ਜਿਹਨੂੰ ਅੰਗਰੇਜ਼ੀ ਦੇ ਵਿੱਚ ਹਾਂ ਸਿਓ ਮੋਟੋ। ਔਰ ਜੇਕਰ ਉਹ ਅਦਾਲਤਾਂ ਦੁਨਿਆਵੀ ਅਦਾਲਤੀਆਂ ਕਿਸੇ ਮਸਲੇ ਨੂੰ ਲੈ ਸਕਦੀਆਂ ਤੇ ਸਾਡੇ ਤਤਕਾਲੀ ਸਿੰਘ ਸਾਹਿਬ ਉਹ ਜਿਹੜੇ 5 ਸੀਗੇ ਉਹ ਕੀ ਕਰਦੇ ਰਹੇ? ਸਵਾਲ ਤੇ ਵੀ ਉੱਠਣਗੇ ਵੀ ਜੇ ਐਗਜ਼ੈਕਟਿਵ ਬਾਡੀ ਨਹੀਂ ਕਰ ਸਕੀ, ਅਧਿਕਾਰੀ ਨਹੀਂ ਕਰ ਸਕੇ, ਤੇ ਉਦੋਂ ਦੇ ਸਿੰਘ ਸਾਹਿਬ ਉਹਦਾ ਆਪਣੇ ਆਪ ਨੋਟਿਸ ਲੈ ਲੈਂਦੇ। ਗੱਲ ਤੇ ਫਿਰ ਤੁਸੀਂ ਉੱਥੇ ਲਿਆਤੀ ਕਿ ਸਿੰਘ ਸਾਹਿਬ ਕੌਣ ਸਨ? ਗਿਆਨੀ ਗੁਰਬਚਨ ਸਿੰਘ, ਜਿਨ੍ਹਾਂ ਤੇ 100 ਦੋਸ਼ ਸੀ, ਜਿਨ੍ਹਾਂ ਤੇ ਦੋਸ਼ ਲੱਗਾ ਕਿ ਇਹਨਾਂ ਨੇ ਡੇਰਾ ਸਿਰਸੇ ਦੇ ਜਿਹੜਾ ਸਾਧ ਆ ਉਹਨੂੰ ਬਿਨ ਮੰਗੀ ਮਾਫੀ ਦਿੱਤੀ। ਗਿਆਨੀ ਗੁਰਮੁਖ ਸਿੰਘ ਜੀ ਜਿਹੜੇ ਤਲਵੰਡੀ ਸਾਬੋ ਦੇ ਵੀ ਕਾਰਜਕਾਰੀ ਜਥੇਦਾਰ ਸਨ ਤੇ ਇੱਥੇ ਹੈੱਡ ਗ੍ਰੰਥੀ ਅਕਾਲ ਤਖਤ ਵੀ ਸਨ। ਗਿਆਨੀ ਮੌਤ ਸਿੰਘ ਜਿਹੜੇ ਤਖਤ ਕੇਸਗੜ੍ਹ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਸਨ ਜੀ। ਆਖਰ ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਹੇਠ ਤੇ ਇਹ ਤਿੰਨੇ ਤਖਤ ਨੇ। ਬਿਲਕੁਲ। ਜਦੋਂ ਇਹ ਤਿੰਨ ਜਥੇਦਾਰਾਂ ਨੇ ਉਸ ਵੇਲੇ ਇਨਸਾਫ ਨਹੀਂ ਦਿੱਤਾ ਤੇ ਫਿਰ ਇਹ 2016 ਕਿਉਂ ਨਹੀਂ ਦਿੰਦੇ ਜੀ? ਔਰ 2015 ਚ ਇਹ ਸਾਫ਼ ਹੋ ਜਾਂਦੀ ਹੈ ਗੱਲ, ਮਾਫ ਕਰਨਾ 2016 ਦੇ ਸ਼ੁਰੂਆਤ ਦੇ ਵਿੱਚ ਗਿਆਨੀ ਗੁਰਮੁਖ ਸਿੰਘ ਇਹ ਦੋਸ਼ ਲਾ ਦਿੰਦੇ ਨੇ ਕਿ ਡੇਰਾ ਸਿਰਸਾ ਨੂੰ ਮਾਫੀ ਦੇਣ ਦੇ ਲਈ ਜੀ ਗਿਆਨੀ ਗੁਰਬਚਨ ਸਿੰਘ ਤੇ ਅਸੀਂ ਬਕਾਇਦਾ ਉੱਥੇ ਸਾਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ 'ਚ ਬੁਲਾਇਆ ਗਿਆ ਜੀ ਜੀ। ਜਦੋਂ ਇਹ ਸਾਰਾ ਕੁਝ ਸਾਫ਼ ਹੋ ਗਿਆ ਸੀ ਕਿ ਸਾਰੀ ਖੇਡ ਸਿਆਸਤ ਦੀ ਹੈ ਤੇ ਫਿਰ ਮਾਫ ਕਰਨਾ ਰੰਧਾਵਾ ਜੀ, ਇਹ ਜਿਹੜਾ ਜੇ ਇਸ ਮਸਲੇ ਦੇ ਉੱਤੇ ਪਛਤਾਤਾਪ ਨਹੀਂ ਹੋਇਆ ਤੇ ਫਿਰ ਲੋਕ ਬਿਲਕੁਲ ਸਹੀ ਨੇ, ਸਿੱਖ ਬਿਲਕੁਲ ਸਹੀ ਨੇ, ਸੰਗਤ ਬਿਲਕੁਲ ਸਹੀ ਹੈ ਕਿ ਇਹ ਸਾਰਾ ਕੁਝ ਇਸ ਵੱਡੇ ਪਛਤਾਤਾਪ ਨਹੀਂ ਕੀਤਾ ਗਿਆ, ਸਿਰਫ ਇਸ ਗੱਲ ਨੂੰ ਨੱਪ ਦਿੱਤਾ ਗਿਆ, ਦੱਬ ਦਿੱਤਾ ਗਿਆ ਕਿ ਮਤਾ ਕਿਤੇ 2017 ਦੇ ਚੋਣ ਪ੍ਰਭਾਵਿਤ ਨਾ ਹੋ ਜੇ। ਸਰਦਾਰ ਸਾਹਿਬ ਸਵਾਲ ਤੇ ਬੜਾ ਸੋਹਣਾ ਹੈ ਤੁਹਾਡਾ ਕਿ ਜੇ ਉਦੋਂ ਸੱਚਮੁੱਚ ਬਿਨਾਂ ਮੰਗੇ ਮਾਫੀ ਦਿੱਤੀ ਸੀ ਤੇ ਕਿਸੇ ਦਿਨ ਇਹੀ 5 ਸਿੰਘ ਸਾਹਿਬਾਨ ਪੁਰਾਣੇ ਮਸਲੇ ਨੂੰ ਵੀ ਲਿਆਉਣ, ਉਹਨਾਂ ਦੀ ਜਵਾਬ ਤਲਬੀ ਵੀ ਕਰ ਲੈਣ ਕਿ ਜਿਨੇ ਸਕਦੀ ਹੈ ਕਿਉਂ ਨਹੀਂ ਹੋ ਸਕਦੀ। ਜੇ ਨਰਾਦਰ ਹੋਇਆ, ਕੌਮ ਦਾ ਨਰਾਦਰ ਹੋਇਆ, ਉਸ ਤੋਂ ਬਾਅਦ ਇੰਨਾ ਕੁਝ ਹੋਇਆ 2015 ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ। ਸੋ ਮੇਰਾ ਮਤਲਬ ਹੈ ਕਿ ਜੇਕਰ ਅਸੀਂ ਇਹ ਜਿਹੜੇ ਸਰੂਪਾਂ ਦੀ ਬੇਅਦਬੀ ਵਾਲਾ ਮਾਮਲਾ ਇਹ ਸਾਰੇ ਕੁਝ ਨੂੰ ਲੈ ਕੇ ਜੇਕਰ ਅਸੀਂ ਅਵੇਸਲੇ ਰਵਾਂਗੇ, ਭਵਿੱਖ ਦੇ ਵਿੱਚ ਕੋਈ ਵੀ ਸਿਆਸੀ ਫਾਇਦੇ ਲਈ ਕੁਝ ਲਈ ਵੀ ਕਰਾ ਲਓ। ਸੋ ਸਿੰਘ ਸਾਹਿਬ ਜੇ ਫੈਸਲੇ ਲੈਣ ਤੇ ਹੀ ਆ ਗਿਆ ਤੇ ਉਹਨੂੰ ਵੀ ਨਿਪਟਾ ਲੈਣ। ਸ਼੍ਰੀ ਅਕਾਲ ਤਖਤ ਸਾਹਿਬ ਤੇ ਇੱਕ ਛੋਟਾ ਜਿਹਾ ਇਹ ਜਿਹੜਾ ਧੱਬਾ ਲੱਗਿਆ ਹੋਇਆ ਕਿ ਉੱਥੇ ਬੈਠੇ ਲੋਕਾਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ, ਉਹਨੂੰ ਵੀ ਸਾਫ਼ ਕਰ ਦੇਣ, ਸਪਸ਼ਟੀਕਰਨ ਮੰਗ ਲੈਣ, ਸਾਰੀਆਂ ਤਰ੍ਹਾਂ ਤੋਂ ਮੰਗ ਲੈਣ। ਔਰ ਸ਼੍ਰੋਮਣੀ ਕਮੇਟੀ ਦੇ ਇਸ਼ਤਿਹਾਰ ਗਏ ਕਰੋੜ ਰੁਪਏ ਵਾਂਗ, ਬਿਲਕੁਲ। ਔਰ ਉਹ ਜਿਹੜੇ ਉਹ ਸਾਰੇ ਦੇ ਸਾਰੇ ਮਸਲੇ ਸਾਫ਼ ਹੋ ਜਾਣਗੇ। ਬਾਕੀ ਦੂਜੀ ਗੱਲ ਸਰਦਾਰ ਸਾਹਿਬ, ਜਿੱਥੋਂ ਤੱਕ ਸਵਾਲ ਹੈ, ਦੇਖੋ ਸਿੰਘ ਸਾਹਿਬ ਨੂੰ ਇੱਕ ਛੋਟੀ ਜੀ ਬੇਨਤੀ ਵੀ ਰੂਪ ਚ ਸੀਗੀ। ਕਈ ਵਾਰੀ ਕੌਮੀ ਮਸਲੇ ਜਿਹੜੇ ਆ ਉਹ ਵੱਡੇ ਹੁੰਦੇ ਜਾਂਦੇ ਆ, ਉਹਦੇ ਚ ਈਗੋ ਆ ਜਾਂਦੀ ਹੈ, ਕਈ ਵਾਰੀ ਸੰਪਰਦਾਵਾਂ ਦੇ ਆਪਸ ਵਿੱਚ ਭੇੜ ਹੁੰਦੇ ਆ। ਬਿਲਕੁਲ। ਸੋ ਮੈਨੂੰ ਇੰਜ ਲੱਗਦਾ ਹੈ ਕਿ ਕਿਤੇ ਕਿਤੇ ਸਿਰਫ ਹੁਕਮ ਕਰਨ ਦੀ ਬਜਾਏ ਆਪਸੀ ਸਹਿਮਤੀ ਬਣਾਉਣ ਵਾਲੇ ਪਾਸੇ ਵੀ ਵਧਣਾ ਚਾਹੀਦਾ। ਬਿਲਕੁਲ, ਮੈਂ ਤੁਹਾਡੀ ਗੱਲ ਟੋਕਣ ਲੱਗਾ। ਇੱਕ ਤੁਹਾਡਾ ਸਵਾਲ ਜਿਹੜਾ ਪਹਿਲਾ ਸੀਗਾ ਕਿ ਜਿਹੜੀ ਜਾਂਚ ਕਮੇਟੀ ਹੈ ਨੇ ਇਹ ਰਿਪੋਰਟ ਦੇ ਦਿੱਤੀ ਹੈ ਜੀ, ਇਹਦੇ ਤੇ ਅਮਲ ਕੌਣ ਕਰੇਗਾ? ਉਹਦੇ ਲਈ ਰੰਧਾਵਾ ਸਾਹਿਬ ਬੜਾ ਸਪਸ਼ਟ ਹੈ ਕਿ ਜਿੱਥੇ ਕਿਤੇ ਵੀ ਕੋਈ ਜਾਂਚ ਕਮਿਸ਼ਨ ਬੈਠਦਾ, ਜਾਂਚ ਕਮਿਸ਼ਨ ਦੀ ਰਿਪੋਰਟ ਮੈਕਰੋ ਰਿਪੋਰਟ ਹੁੰਦੀ, ਮੈਕਰੋ ਜਾਂਚ ਹੁੰਦੀ ਹੈ ਜੀ। ਜਾਂ ਇਸ ਜਾਂਚ ਕਮਿਸ਼ਨ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ ਜਿਹਦੇ 'ਚ ਸਾਰੀ ਤਰਤੀਬ ਹੈ ਵੀ ਕਿੱਥੇ ਕਿੱਥੇ ਗਲਤੀ ਹੋਈ, ਕੌਣ ਲੋਕ ਜਿਹੜੇ ਸਨ ਉਸ ਵੇਲੇ ਜ਼ਿੰਮੇਵਾਰ ਸਨ ਜੀ। ਉਹਦੇ ਤੋਂ ਬਾਅਦ ਇਹ ਹੁਣ ਸ਼੍ਰੋਮਣੀ ਕਮੇਟੀ ਦੇ ਉੱਤੇ ਡਿਪੈਂਡ ਕਰਦਾ ਕਿ ਉਸ ਨੇ ਇਸ ਧੱਬੇ ਨੂੰ ਕਿਸ ਤਰ੍ਹਾਂ ਧੋਣਾ ਆ। ਜੇ ਤੇ ਉਹੀ 100 ਰੁਪਇਆ ਜੁਰਮਾਨਾ ਕਰਕੇ ਬਹਾਲ ਕਰ ਦੇਣਾ ਜੀ ਤੇ ਫਿਰ ਤੇ ਕੋਈ ਗੱਲ ਨਹੀਂ, ਫਿਰ ਤੇ ਇਹੋ ਹੀ ਹੁੰਦਾ ਜਿੱਦਾਂ ਆਮ ਕਹਿ ਦਿੰਦੇ ਨਾ ਵੀ ਨਾਕਾ ਲੱਗਾ ਯਾਰ ਲੰਘ ਜੇ, ਕਹਿੰਦਾ ਕੋਈ ਨਹੀਂ ਯਾਰ ਕਰ ਲਾਂਗੇ, ਹੌਲਦਾਰ ਆਪਣਾ ਵਾਕਬ ਹੀ ਆ, ਅੱਗੇ ਵੀ ਕੱਢ ਹੀ ਦਿੰਦਾ ਹੁੰਦਾ। ਨਹੀਂ ਫਿਰ ਇਥਰੂ ਭਜਾਉਣ ਵਾਲੀ ਗੱਲ ਹੋਊਗੀ ਨਾ। ਬਸ ਫਿਰ ਇਹਦੇ ਆਖਰੀ ਜਿਹੜਾ ਸਵਾਲੀਆ ਚਿੰਨ੍ਹ ਹੈ ਜੀ, ਉਹ ਫਿਰ ਇਸ ਜਾਂਚ ਕਮੇਟੀ ਦੇ ਉੱਤੇ ਔਰ ਪੰਜ ਸਿੰਘ ਸਾਹਿਬਾਨ ਦੇ ਫੈਸਲੇ ਦੇ ਉੱਤੇ ਲੱਗ ਜਾਏਗਾ। ਹਾਂ, ਜੇ ਮੰਨ ਲਓ
16 ਤੋਂ ਹੁਣ ਤੱਕ ਨਹੀਂ ਸੀ ਹੋ ਰਿਹਾ। ਹਾਂ, ਤੇ ਹੁਣ ਵੀ ਸਿਰਫ ਇਹ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕਿ ਸਿੰਘ ਸਾਹਿਬ ਨੇ ਜਾਂਚ ਕਰਾ ਲਈ, ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕਰਤਾ 7 ਦਿਨਾਂ ਚ ਕਾਰਵਾਈ ਕਰੋ, ਅਗਲੇ ਕੁਝ ਛੋਟੇ-ਛੋਟੇ ਜੁਰਮਾਨੇ ਲਾ ਕੇ ਉਹ ਸਭ ਅੱਛਾ ਹੈ ਵਾਲਾ ਲੇਪ ਚਾੜ ਦਿੰਦੇ ਆ, ਤੇ ਫਿਰ ਜੋ 16 ਚ ਹੋਇਆ ਸੀ ਉਹੀ ਆ। ਫਿਰ ਬਦਲਿਆ ਕੀ? ਮੈਂ ਕਹਿੰਦਾ ਕਿ ਇਹੋ ਜਿਹੇ ਪਾਕ ਪਵਿੱਤਰ ਅਦਾਰਿਆਂ 'ਚ ਜਿਨ੍ਹਾਂ ਨੇ ਗੁਰੂ ਘਰਾਂ ਦਾ ਪ੍ਰਬੰਧ ਕਰਨਾ ਧਾਰਮਿਕਤਾ ਦੇ ਨਜ਼ਰੀਏ ਤੋਂ, ਠੀਕ ਹੈ, ਰੱਬ ਦੇ ਮਾਮਲੇ 'ਚ ਲੋਕ ਇੰਨੇ ਸੈਂਸਿਟਿਵ ਹੋ ਜਾਂਦੇ ਆ, ਹਰ ਗੱਲ 'ਚ ਅਸੀਂ ਕਹਿੰਦੇ ਰੱਬ ਤੇ ਵੇਂਦਾ। ਜਿੰਨਾ ਜਾਂ ਥਾਵਾਂ ਤੇ ਜਾ ਕੇ ਤੁਸੀਂ ਅਰਦਾਸ ਕਰਦੇ ਹੋ, ਜਿੰਨਾ ਥਾਵਾਂ ਤੇ ਤੁਹਾਨੂੰ ਰੱਬ ਵਸਦਾ ਹੋਣ ਦੀ ਗੱਲ ਆਉਂਦੀ ਹੈ, ਜਿੱਥੇ ਜਾ ਕੇ ਤੁਹਾਨੂੰ ਲੱਗਦਾ ਕਿ ਮੇਰੇ ਦੁੱਖ ਕੱਟੇ ਜਾਂਦੇ ਆ, ਜੇ ਉਹਨਾਂ ਥਾਵਾਂ ਤੇ ਧਾਂਦਲੀ ਹੋ ਜੇ ਤੇ ਫਿਰ ਉਹਨਾਂ ਥਾਵਾਂ ਤੇ ਹੋਈ ਧਾਂਦਲੀ ਦਾ ਇਨਸਾਫ ਵੀ ਨਾ ਹੋਵੇ, ਉਹਨਾਂ ਬੰਦਿਆਂ ਨੂੰ ਬਾਹਰ ਦਾ ਰਸਤਾ ਵੀ ਨਾ ਵਿਖਾਇਆ ਜਾਵੇ। ਗੱਲ ਤੇ ਫਿਰ ਬੜੀ ਉਹੀ ਗਲਤ ਫਿਰ ਉਹੀ ਹੋ ਗਈ ਕਿ ਜਦੋਂ ਕਿਸੇ ਗੁਰਦੁਆਰੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਆਪਣੇ ਫੈਸਲੇ ਨੇ ਜਿਹੜੇ ਇਹਨਾਂ ਨੇ ਇਸ਼ਤਿਹਾਰਾਂ ਰਾਹੀਂ ਛਪਵਾਏ ਨੇ ਕਿ ਜਿੱਥੇ ਕਿਤੇ ਵੀ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਅਗਜਨੀ ਦੀ ਘਟਨਾ ਵਾਪਰ ਜੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਨੁਕਸਾਨ ਹੋ ਜੇ ਜਾਂ ਪਾਵਨ ਗੁਟਕਿਆਂ ਦਾ ਨਰਾਦਰ ਹੋ ਜੇ, ਉੱਥੋਂ ਦੀ ਪ੍ਰਬੰਧਕੀ ਕਮੇਟੀ ਜਿਹੜੀ ਆ ਉਹ ਜਵਾਬਦੇਹ ਹੈ ਜੀ। ਤੇ ਹੁਣ ਜਦੋਂ ਆਪਣੇ ਪ੍ਰਬੰਧ ਹੇਠ ਹੋਇਆ, ਕਿਉਂਕਿ ਤੁਸੀਂ ਦੂਸਰਿਆਂ ਨੂੰ ਨਸੀਹਤਾਂ ਦੇਣ ਵਾਲੇ ਸੀ, ਤੁਹਾਡੇ ਲਈ ਜਿਹੜੀ ਸਜ਼ਾ ਆ ਉਹ ਮਿਸਾਲੀ ਹੋਣੀ ਚਾਹੀਦੀ ਹੈ। ਨਹੀਂ, ਇਹ ਤਾਂ ਕਹਿੰਦੇ ਆ, ਇਹਨੂੰ ਸੈਲਫ ਡਿਸਪਲਿਨ ਕਹਿੰਦੇ ਆ। ਬਿਲਕੁਲ, ਕੇਸ ਤੋਂ ਪਹਿਲਾਂ ਕਿ ਕੋਈ ਬਾਹਰੀ ਏਜੰਸੀ ਆ ਕੇ ਤੁਹਾਡੇ ਖਿਲਾਫ ਪਰਚਾ ਦਰਜ ਕਰੇ। ਅਜੇ ਜਿਹੜਾ ਪਹਿਲੂ ਨਹੀਂ ਛੁਇਆ ਗਿਆ, ਉਹ ਪਹਿਲੂ ਇਹ ਨਹੀਂ ਛੁਇਆ ਗਿਆ ਕਿ 2010 ਤੋਂ ਪਹਿਲਾਂ ਜੀ ਅੰਮ੍ਰਿਤਸਰ ਦੇ ਕਾਫੀ ਪ੍ਰਕਾਸ਼ਕ ਜਿਹੜੇ ਸਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਆਪਣੀਆਂ ਪ੍ਰੈਸਾਂ 'ਚ ਛਾਪਦੇ ਸਨ। ਆ ਪਿੱਛੇ ਰੌਲੇ ਵੀ ਪੈਂਦੇ ਰਹੇ, ਛਾਪਣ 'ਚ ਉਹਨਾਂ ਦੀਆਂ ਤਰੁੱਟੀਆਂ ਸਨ। ਇਸ ਕਰਕੇ ਉਸ ਵੇਲੇ ਸ਼੍ਰੋਮਣੀ ਕਮੇਟੀ ਨੇ ਕਹਿ ਕੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਕੋਲੋਂ ਇੱਕ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰਾਇਆ ਸੀ। ਕਾਨੂੰਨ ਬਣਿਆ ਕਿ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਤੋਂ ਇਲਾਵਾ ਕੋਈ ਵੀ ਪ੍ਰਕਾਸ਼ਕ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨਹੀਂ ਛਾਪ ਸਕਦਾ। ਆਦੇਸ਼ ਜਾਰੀ ਹੋ ਗਿਆ ਨਾ, ਗਵਰਨਮੈਂਟ ਦਾ ਬਕਾਇਦਾ ਨਿੱਜੀ ਕਾਨੂੰਨ ਆਏ। ਲੇਕਿਨ ਹੁਣ ਸਵਾਲ ਇਹ ਹੁੰਦਾ ਕਿ 2010 ਦੇ ਵਿੱਚ ਤੁਸੀਂ ਉਹ ਕਾਨੂੰਨ ਨੂੰ ਲਾਗੂ ਕਰਾਉਂਦੇ ਹੋ, ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਛਾਪਣ, ਸਤਿਕਾਰ ਸਹਿਤ ਛਾਪਣ ਦੀ ਜ਼ਿੰਮੇਵਾਰੀ ਲੈਂਦੇ ਹੋ, ਤੇ ਉਦੋਂ 2013-14 ਚ ਤੁਹਾਡੀ ਜਾਂਚ ਹੋਣ ਲਈ ਹੈ ਕਿ ਤੁਸੀਂ ਤੇ ਕਿਥੇ ਤੁਹਾਡੇ ਤਰੁੱਟੀਆਂ ਆਪਣੀਆਂ ਵਿੱਚ ਬਥੇਰੀਆਂ। ਮੇਰਾ ਕਹਿਣ ਦਾ ਮਤਲਬ ਕਿ ਜੋ ਤੁਸੀਂ ਕਰਨਾ ਹੀ, ਉਹ ਕਹਿੰਦੇ ਨਾ ਕਿ ਜਿਹੜਾ ਬਾਗ ਹੈ, ਜਿਹੜੀ ਵਾੜ ਹੈ, ਬਿਲਕੁਲ ਜੇ ਉਹ ਖੇਤ ਨੂੰ ਖਾਣ ਲੱਗ ਪਈ, ਖੇਤ ਵਾਲਾ ਜੇ। ਅੱਛਾ, ਅਗਲਾ ਸਵਾਲ ਹੈ, ਚਲੋ ਠੀਕ ਹੈ, ਜਿਹੜਾ ਕੈਨੇਡਾ ਵਾਲੇ ਮਾਮਲੇ 'ਚ ਸਿੰਘ ਸਾਹਿਬ ਨੇ ਬਹੁਤ ਚੰਗਾ ਫੈਸਲਾ ਕੀਤਾ ਜੀ, ਔਰ ਹੋਰ ਚੰਗਾ ਇਸ ਕਰਕੇ ਕੀਤਾ, ਵਿਦਵਾਨਾਂ ਵਾਲਾ ਫੈਸਲਾ ਕਿ ਉੱਥੇ ਉਹ ਮਸ਼ੀਨਰੀ ਕਿਸੇ ਗੁਰੂ ਘਰ 'ਚ ਪਹੁੰਚਾਤੀ ਜਾਵੇ ਜੀ। ਦੂਜੀ ਗੱਲ, ਸਮਰੱਥ ਗ੍ਰੰਥੀਆਂ ਕੋਲੋਂ ਉਹ ਸਾਰੇ ਦੇ ਸਾਰੇ ਜਿਹੜੇ ਸਰੂਪ ਛਪ ਚੁੱਕੇ ਆ ਜੀ, ਉਹਨਾਂ ਨੂੰ ਦੇਖ ਲਿਆ ਜਾਵੇ ਕਿ ਕੋਈ ਅੱਖਰ ਵਾਧਾ ਘਾਟਾ ਤਾਂ ਨਹੀਂ ਹੋਇਆ। ਔਰ ਉਸ ਤੋਂ ਅਗਲੀ ਗੱਲ, ਸਿੰਘ ਸਾਹਿਬ ਨੂੰ ਇਹ ਵੀ ਚਾਹੀਦਾ, ਕਿਉਂਕਿ ਅੱਜ ਜਿਹੜੀ ਛਪਾਈ ਆ, ਉਹ ਛਪਾਈ ਹੁਣ ਕੋਈ ਸ਼ਬਦ ਜੋੜਨ ਵਾਲੀ ਤਾਂ ਹੈ ਨਹੀਂ ਜੀ, ਸੌਫਟਵੇਅਰ ਨੇ ਜੀ, ਠੀਕ ਹੈ, ਅਫਸੈਟ ਮਸ਼ੀਨਸ ਨੇ, ਹੁਣ ਤਾਂ ਹੋਰ ਅੱਗੇ ਫਰਦਰ ਮਸ਼ੀਨਰੀ ਆ ਗਈ, ਔਰ ਬਾਕੀ ਜਿਹੜੇ ਸੌਫਟਵੇਅਰ ਨੇ, ਤੁਸੀਂ ਮੰਗ ਅਨੁਸਾਰ ਇੱਥੋਂ ਉਹਨਾਂ ਨੂੰ ਈਮੇਲ ਥਰੂ ਜਾਂ ਕੋਈ ਡਾਟਾਬੇਸ ਹੋਵੇ, ਉਹਦੇ ਆਧਾਰ ਤੇ 2-3 ਸੈਂਟਰ ਵੱਖ-ਵੱਖ ਥਾਵਾਂ ਤੇ ਬਣਾ ਦਿਓ। ਪਿੱਛੇ ਵੀ ਮਸਲਾ ਉਠਾਇਆ ਸੀ, ਜਿਹੜੇ ਬੜੇ ਸ਼ਬਦਾਂ ਵਾਲੇ ਤਰੀਕੇ ਨਾਲ ਉੱਥੇ ਛਪ ਜਾਣ ਜੀ, ਉਹ ਵੀ ਪਤਾ ਹੋਵੇ ਕਿ ਇੰਨੀ ਮੰਗ ਆਈ ਆ, ਇੰਨੇ ਛਾਪਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਭਾਵੇਂ ਸ਼੍ਰੋਮਣੀ ਕਮੇਟੀ ਦਾ ਇੱਕ ਅਧਿਕਾਰੀ ਕੋਈ ਜਾਂ ਅਕਾਲ ਤਖਤ ਸਾਹਿਬ ਵੱਲੋਂ ਕੋਈ ਨੁਮਾਇੰਦਾ ਉਹਨਾਂ 5-10 ਦਿਨਾਂ ਲਈ ਉੱਥੇ ਭੇਜ ਦਿਓ ਜੀ, ਠੀਕ ਹੈ ਜੀ। ਸੋ ਇਹ ਇੱਕ ਸਵਾਲ ਹੈ। ਦੂਜੀ ਗੱਲ ਇਹ ਹੈ ਕਿ ਸਰਦਾਰ ਸਾਹਿਬ, ਜਦੋਂ ਸਿੰਘ ਸਾਹਿਬ, ਇਹ ਸਿਆਸੀ ਮਸਲਾ ਸੀ ਇੱਕ ਤਰ੍ਹਾਂ ਦਾ, ਸ਼੍ਰੋਮਣੀ ਕਮੇਟੀ ਨਾਲ ਜੁੜੇ ਮਸਲੇ ਸਿਆਸੀ ਅਸਰ ਪਾਉਂਦੇ ਆ, ਅਕਾਲੀ ਸਿਆਸਤ ਤੇ ਅਸਰ ਪਾਉਂਦੇ ਆ। ਪਹਿਲੇ ਸਮਿਆਂ ਦੇ ਵਿੱਚ, ਜਿਹੜੇ ਹੁਣ ਤੋਂ 5-7 ਸਾਲ ਪਹਿਲਾਂ ਦੀ ਗੱਲ ਆ, ਉਦੋਂ ਕੱਲੇ ਬਾਦਲ ਸੀਗੇ, ਇਸ ਵੇਲੇ ਢੀਂਡਸਾ ਵੀ ਨੇ ਨਾਲ, ਇਸ ਵੇਲੇ ਭਾਈ ਰਣਜੀਤ ਸਿੰਘ ਪਰਲੇ ਬੰਨੇ ਬੈਠੇ ਆ, ਸਰਨੇ ਨੇ, ਮਨਜੀਤ ਸਿੰਘ ਜੀਕੇ ਵੱਖਰੇ ਹੋ ਗਿਆ, ਔਰ ਬਾਬਾ ਬੇਦੀ ਨੇ, ਸਰਦਾਰ ਰਵਿੰਦਰ ਸਿੰਘ ਨੇ, ਬ੍ਰਹਮਪੁਰਾ ਹੈ। ਸੋ ਮੇਰਾ ਮਤਲਬ ਹੈ ਕਿ ਹੁਣ ਸਾਰਿਆਂ ਦੀ ਨਜ਼ਰ ਰਹਿੰਦੀ ਹੈ। ਹੁਣ ਹਰੇਕ ਸ਼੍ਰੋਮਣੀ ਕਮੇਟੀ ਨਾਲ ਜੁੜਦੀ ਗੱਲ ਨੂੰ ਸਿਆਸੀ ਚਸ਼ਮੇ 'ਚੋਂ ਵੀ ਦੇਖਿਆ ਜਾਂਦਾ। ਇਸ ਸ਼੍ਰੋਮਣੀ ਕਮੇਟੀ ਨਾਲ ਜੁੜੀ ਗੱਲ ਨੂੰ ਇੱਕ ਸਮੁੱਚੀ ਸਿੱਖ ਕੌਮ ਨਾਲ ਜੁੜੀ ਹੋਈ ਗੱਲ ਵਜੋਂ ਵੇਖਣਾ ਬਣਦਾ ਜੀ, ਸਮੁੱਚੀਆਂ ਧਿਰਾਂ। ਇਹ ਨਹੀਂ ਕਿ ਇਸ ਧਿਰ ਨੂੰ ਛੱਡ ਦਿਓ ਜਾਂ ਸਿੰਘ ਸਾਹਿਬ ਇਹ ਮਹਿਸੂਸ ਨਾ ਕਰਨ ਕਿ ਅਸੀਂ ਇਕੱਲੇ ਇਹਨਾਂ ਦੇ ਹੀ ਥਾਪੇ ਹੋਏ ਜਥੇਦਾਰ। ਬਿਲਕੁਲ ਠੀਕ ਹੈ। ਹੁਣ ਜਿਹੜਾ ਭਾਈ ਰਣਜੀਤ ਸਿੰਘ ਦੇ ਢੱਡਰੀਆਂ ਵਾਲੇ ਦੇ
ਬਾਰੇ ਜੋ ਫੈਸਲਾ ਆਇਆ, ਪਹਿਲਾਂ ਜੋ ਕੁਝ ਉਹ ਬੋਲਦੇ ਰਹੇ, ਜੋ ਕੁਝ ਸਿਧਾਂਤਾਂ ਬਾਰੇ ਉਹ ਕਹਿੰਦੇ ਰਹੇ ਨੇ, ਔਰ ਬਹੁਤ ਵਬੇਲਾ ਵੀ ਉੱਠਿਆ। 2016 ਦੇ ਵਿੱਚ ਉਹਨਾਂ ਤੇ ਗੋਲੀ ਵੀ ਚੱਲੀ। ਉਹਨਾਂ ਦੇ ਇੱਕ ਸਾਥੀ ਸੀ ਭੁਪਿੰਦਰ ਸਿੰਘ ਆਪਸੀ ਕਲਾਂ, ਉਹ ਮਾਰਿਆ ਗਿਆ ਔਰ ਅਜੇ ਤੱਕ ਉਹ ਕੇਸ ਜਿਹੜਾ ਅਦਾਲਤ 'ਚ ਚੱਲਦਾ ਪਿਆ ਜੀ। ਉਹਦੇ ਤੋਂ ਲੈ ਕੇ ਹੁਣ ਤੱਕ 4 ਸਾਲ ਦਾ ਸਮਾਂ ਹੈ। ਇਹ ਵੀ 4 ਸਾਲ ਦਾ ਸਮਾਂ, ਅਜੇ ਤੱਕ ਇਹ ਜਿਹੜਾ ਵਿਵਾਦ ਸੀ ਇਹ ਕਿਸੇ ਤਨ ਪੱਤਾ ਨਹੀਂ ਸੀ ਲੱਗਾ। ਹੁਣ ਇਸ ਵਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਨੇ 5 ਵਿਦਵਾਨਾਂ ਦਾ ਇੱਕ ਪੈਨਲ ਬਣਾਇਆ ਕਿ ਉਹਨਾਂ ਨਾਲ ਗੱਲ ਕਰੋ, ਲੇਕਿਨ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਉਸ ਪੈਨਲ ਦੇ ਨਾਲ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ। ਬੜੀ ਵਾਰੀ ਇਹਨਾਂ ਨੇ ਉਹਨੂੰ ਚਿੱਠੀਆਂ ਲਿਖੀਆਂ, ਗੱਲ ਕਰਨੀ ਜ਼ਰੂਰੀ ਨਹੀਂ ਸਮਝੀ। ਔਰ ਅੱਜ ਜਿਹੜਾ ਆਦੇਸ਼ ਆਇਆ ਉਹ ਇਹੋ ਹੀ ਹੈ ਕਿ ਜਦ ਤੱਕ ਫਿਰ ਇਹ ਮਾਫੀ ਨਹੀਂ ਮੰਗਦਾ ਅਕਾਲ ਤਖਤ ਸਾਹਿਬ 'ਤੇ ਆ ਕੇ, ਤਦ ਤੱਕ ਭਾਈ ਇਹਦੇ ਨਾਲ ਬਹੁਤਾ ਨਾ ਰੱਖੋ, ਇਹਨੂੰ ਨਾ ਸੁਣੋ। ਅਸੀਂ ਕਈ ਵਾਰੀ ਆਫ ਦਾ ਰਿਕਾਰਡ ਇਹ ਗੱਲ ਕਰਦੇ ਸੀ ਜੀ ਵੀ ਢੱਡਰੀਆਂ ਵਾਲੇ ਦੇ ਸਾਹਮਣੇ ਬੈਠੀ ਸੰਗਤ ਵੋਟਾਂ ਵੀ ਨੇ, ਬਿਲਕੁਲ, ਤੇ ਇਸ ਨਜ਼ਰੀਏ ਤੋਂ ਵੀ ਫੈਸਲੇ ਹੋਣਗੇ। ਪਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਵਾਰੀ ਦਿਖਾਤਾ ਹੈ ਕਿ ਜ਼ਿੰਮੇਵਾਰੀ ਮਿਲੀ ਆ ਤੇ ਨਿਭਾਵਾਂਗੇ। ਦੂਜੀ ਗੱਲ ਹੈ ਕਿ ਇਸ ਤੋਂ ਅੱਗੇ ਜਾਣਾ ਚਾਹੀਦਾ। ਮੈਨੂੰ ਲੱਗਦਾ ਕਿ ਢੱਡਰੀਆਂ ਵਾਲੇ ਨੂੰ ਪਹਿਲ ਕਰ ਲੈਣੀ ਚਾਹੀਦੀ ਆ। ਕੌਮ ਦੇ ਵਿੱਚ ਇੱਕ ਤਰ੍ਹਾਂ ਦੀਆਂ ਦਸਤਾਰਾਂ ਵਾਲਿਆਂ ਦੇ ਵਿੱਚ ਇੱਕ ਸਾਂਝਾ ਪੰਥ ਹੈ, ਉਹਦੇ ਵਿੱਚ ਇੱਕ ਹੋਰ ਦਫੇੜ ਪਊਗੀ। ਮੰਨ ਲਓ ਅੱਜ ਤੱਕ ਜਿਹੜੇ ਰਾਧਾ ਸਵਾਮੀ ਸੀ ਜਾਂ ਬਾਕੀ ਧਿਰਾਂ ਸੀਗੀਆਂ ਉਹ ਸਾਈਡ ਤੇ ਹੁੰਦੀਆਂ ਹੋਰ ਹੋ ਗਈਆਂ, ਰਫੜ ਵੱਧਦੇ ਗਏ, ਕਿਸੇ ਨੇ ਮਕਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਇਧਰੋਂ ਕੋ ਰੁੱਸਦਾ ਦੂਜੀ ਧਿਰ ਨਾ ਜਾ ਪੈਂਦਾ। ਸੋ ਇਹ ਸਾਡੇ ਜਥੇਦਾਰ ਨੂੰ ਹੀ ਕਰਨੇ ਪੈਣਗੇ। ਵੱਡੀ ਧਿਰ ਇਹੋ ਆ ਸਿੱਖਾਂ 'ਚ ਕਿ ਜਿੱਥੇ ਰਫੜ ਪੈਂਦਾ ਦੇ ਭਾਵੇਂ ਉਹ ਆਪਣਾ ਘੋੜਾ ਆਪੇ ਚੱਕ ਲੈਣ, ਜਵਾਨ ਜਾਨ ਨੇ, ਉਹ ਆਪਣੀ ਗਾਹੀਮ ਦੇ ਆਪਣੀਆਂ ਗੱਡੀਆਂ ਚਲਾਈ ਫਿਰਦੇ, ਬਿਲਕੁਲ ਉਹ ਕਿਸੇ ਵੇਲੇ ਡਰਾਈਵਰ ਤੋਂ ਬਿਨਾਂ ਵੀ ਤੁਰ ਪੈਣਾ ਚਾਹੀਦਾ ਤੇ ਜਾ ਕੇ ਮਿਲ ਆਉਣ। ਹਰਜ ਕਿਹੜੀ ਗੱਲ? ਇਹ ਪਿਛਲੇ ਸਮੇਂ 'ਚ ਨਹੀਂ ਦੂਰੀ ਰਹੀ, ਇਹ ਦੂਰੀ ਘਟਾਉਣੀ ਚਾਹੀਦੀ ਸੀ। ਔਰ ਉੱਥੋਂ ਮਿਲਣ ਤੋਂ ਬਾਅਦ ਇੱਕ ਤਾਂ ਪਹਿਲੀ ਗੱਲ, ਜਦੋਂ ਵੱਡੀ ਧਿਰ ਛੋਟੀ ਕੋਲ ਜਾਂਦੀ ਅਗਲੇ ਨੂੰ ਸ਼ਰਮ ਆਉਂਦੀ ਹੈ। ਪਹਿਲਾਂ ਕਹਿੰਦਾ ਯਾਰ ਅਗਲਾ ਘਰ ਚੱਲ ਕੇ ਆਇਆ। ਜੇਕਰ ਵਿਵਾਦ ਸੁਲਝਦਾ ਨਜ਼ਰ ਨਾ ਆਉਂਦਾ ਤੇ ਘੱਟੋ ਘੱਟ ਇਹ ਇਲਜ਼ਾਮ ਨਾ ਆਉਂਦਾ ਕਿ ਯਾਰ ਇਹ ਤਾਂ ਉਹਨੂੰ ਮਿਲਣ ਵੀ ਨਹੀਂ ਗਏ। ਉਹਨੇ ਤਾਂ ਨਾ ਨੁੱਕਰ ਕਰਨੀ ਆ, ਉਸ ਬੰਦੇ ਨੇ ਤਾਂ ਨਾ ਨੁੱਕਰ ਕਰਨੀ ਆ, ਕਿਉਂਕਿ ਉਹ ਜਿਸ ਤੌਰ ਤਰੀਕੇ ਨਾਲ ਗੱਲ ਕਰ ਰਿਹਾ ਉਹ ਤਾਂ ਚਾਹੁੰਦਾ ਮੈਂ ਗੱਲ ਕਰਦਾ ਰਵਾਂ। ਉਹਦੇ ਉਸ ਤਰੀਕੇ ਨਾਲ ਗੱਲ ਕਰਨ ਨਾਲ ਉਹਨੂੰ ਲੱਖਾਂ ਲੋਕ ਉਹਦੇ ਚੈਨਲਾਂ ਤੇ ਮਿਲਦੇ ਆ। ਔਰ ਕੱਲ ਨੂੰ ਕੋਈ ਹੋਰ ਵੀ ਖੜਾ ਹੋ ਜੂ। ਆ ਜਿੰਨੇ ਸਾਡੇ ਵਰਗੇ ਟੀਵੀਆਂ ਵਾਲੇ ਆ, ਕਦੇ ਕਿਸੇ ਦੇ ਅੱਗੇ ਮਾਈਕ ਡਾਲਦੇ, ਕਦੇ ਕਿਸੇ, ਰੋਜ਼ ਇਹੀ ਗੱਲ ਹੋਣ ਡਿਆ। ਤੁਸੀਂ ਦੇਖੋ ਕਈ ਬੰਦੇ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਸਿਰਫ ਬਾਣਾ ਇਦਾਂ ਦਾ ਹੈ, ਮੈਂ ਕੋਈ ਨੀਲੇ ਪੀਲੇ ਚਿੱਟੇ ਕਾਲੇ ਪਤਨੀ ਹਰੇ ਰੰਗ ਦੇ ਕਿੰਨੇ ਤੁਰੇ ਫਿਰਦੇ। ਆਖਰ ਤੇ ਕੋਈ ਜਵਾਬਦੇਹੀ ਤੇ ਹੋਏਗੀ ਨਾ। ਬਿਲਕੁਲ, ਜਦ ਤੱਕ ਦੇਖੋ ਜਦੋਂ ਅੱਜ ਉਹਨਾਂ ਨੇ ਜਥੇਦਾਰ ਸਾਹਿਬ ਨੇ ਇੱਕ ਗੱਲ ਬੜੀ ਸਾਫ਼ ਕਹਿ ਦਿੱਤੀ, ਦੇਖੋ ਉਹਨਾਂ ਦਾ ਸਾਫ਼ ਸੰਕੇਤ ਦੇਖੋ। ਹੁਣ ਗਿਆਨੀ ਇਕਬਾਲ ਸਿੰਘ ਉੱਥੇ ਗਏ ਮੰਦਰ ਦੇ ਨੀਂਹ ਪੱਥਰ ਮੌਕੇ ਅਯੁੱਧਿਆ ਦੇ 5 ਅਗਸਤ ਨੂੰ, ਉੱਥੇ ਕਹੇ ਜਾ ਕੇ ਕਿ ਸਿੱਖ ਜਿਹੜੇ ਨੇ ਲਵ ਕੁਸ਼ ਦੀ ਔਲਾਦ ਨੇ, ਅਸੀਂ ਉਹਨਾਂ ਦੇ ਵੰਸ਼ਜ। ਸਾਨੂੰ ਸਾਰਿਆਂ ਨੂੰ ਸੀ ਕਿ ਜਥੇਦਾਰ ਅਕਾਲ ਤਖਤ ਸਾਹਿਬ ਕਿਉਂ ਚੁੱਪ ਨੇ। ਅੱਜ ਫੈਸਲਾ ਕੀ ਆ ਗਿਆ ਕਿ ਸਿੱਖ ਇੱਕ ਵੱਖਰੀ ਕੌਮ ਸੀ, ਹੈ ਤੇ ਰਹੇਗੀ। ਬੜਾ ਅੱਛਾ ਕਿ ਸਾਨੂੰ ਇਸ ਦਾ ਸਰਟੀਫਿਕੇਟ ਕਿਸੇ ਕੋਲ ਲੈਣ ਦੀ ਜ਼ਰੂਰਤ ਨਹੀਂ। ਅਤੇ ਇੰਨੀ ਕੀ ਗੱਲ ਸੀ, ਇੱਕ ਸਾਫ਼ ਲੀਕ ਖਿੱਚ ਦਿੱਤੀ। ਹੁਣ ਜਿਹੜੇ ਲੋਕ ਬਾਕੀ ਨੇ ਕੋਈ ਐਸਾ ਮਨਸ਼ਾ ਰੱਖਦੇ ਹੋਣ ਵੀ ਅਸੀਂ ਲਵ ਕੁਸ਼ ਦੀ ਔਲਾਦ ਆ, ਤੇ ਉਹਨਾਂ ਲਈ ਸਾਫ਼ ਸੰਕੇਤ ਆ ਕਿ ਇੱਧਰ ਪ੍ਰਵਾਨ ਨਹੀਂ ਜੇ। ਪਰ ਸਰਦਾਰ ਜੀ ਇੱਕ ਚੀਜ਼ ਤਾਂ ਬਹੁਤ ਸਪਸ਼ਟ ਹੈ ਕਿ ਜੋ ਵੀ ਹੋਵੇ ਅਸੀਂ ਨੁਕਤਾਚੀਨੀ ਤੇ ਕਰ ਹੀ ਸਕਦੇ ਹਾਂ, ਸਭ ਨੂੰ ਹੱਕ ਰਾਖਵਾਂ ਬੋਲਣ ਦਾ ਅਧਿਕਾਰ ਸਭ ਨੂੰ ਮਿਲਿਆ। ਪਰ ਜਿਹੜਾ ਤੌਰ ਤਰੀਕਾ ਅਕਾਲ ਤਖਤ ਤੇ ਜਥੇਦਾਰ ਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਅਪਣਾਇਆ ਗਿਆ ਉਹ ਹੈ ਵਧੀਆ ਸੀ। ਦੇਖੋ ਫੈਸਲੇ ਲਏ ਗਏ। ਅਸਲੀ ਤੇ ਕੰਮ ਕਰਨ ਦਾ ਜਿਹੜਾ ਸਹੀ ਢੰਗ ਆ ਉਹ ਇਹੋ ਹੀ ਆ ਕਿ ਜਦੋਂ ਤੁਸੀਂ ਸਾਂਝਾਂ ਪਗਾਉਣੀਆਂ ਬੰਦ ਕਰ ਦੋਗੇ। ਸਰਦਾਰ ਜੀ ਜਾਂਚ 1 ਮਹੀਨੇ 'ਚ ਕਰਨੀ ਸੀ, ਪੂਰੀ ਹੋ ਵੀ ਗਈ। ਬਿਲਕੁਲ, ਇਹਨੂੰ ਡਿਲੇ ਵੀ ਕਰਦੇ ਆਏ ਆ ਲੋਕ, ਸਰਕਾਰਾਂ ਡਿਲੇ ਕਰਦੀਆਂ ਹੋਈਆਂ। ਤੇ ਅਗਲੇ ਨੇ ਸੱਦੀ ਰਿਪੋਰਟ ਇਨ ਟਾਈਮ ਲਈ, ਇਨ ਟਾਈਮ ਫੈਸਲਾ ਕਰਤਾ। ਕੱਲ ਰਿਪੋਰਟ ਆਈ ਹੈ, ਰਾਤ ਲਾ ਕੇ ਪੜਿਆ ਹੋਊਗਾ, ਬਿਲਕੁਲ ਹਰ ਚੀਜ਼ ਜਾਣੀ ਹੋਊਗੀ, ਤੇ ਸਵੇਰੇ ਸਿੰਘ ਸਾਹਿਬਾਨਾ ਫੈਸਲਾ ਕਰਕੇ ਜਾਣ ਦਿੱਤਾ। ਔਰ ਇੱਕ ਹੋਰ ਗੱਲ, ਇੱਕ ਅਕਾਲੀ ਲੀਡਰ ਬਾਰੇ ਇੱਕ ਲਾਈਨ ਦੇ ਵਿੱਚ ਫੈਸਲਾ ਦੇ, ਇੱਕ ਲਾਈਨ ਫੈਸਲਾ। ਦੇਖੋ ਤੁਸੀਂ ਗਲਤੀ ਕਰਦੇ ਪਏ ਹੋ, ਇੱਕ ਗਲਤੀ ਕੀਤੀ ਉਹ ਜੇ ਬਖਸ਼ੀ ਨਹੀਂ ਗਈ, ਤੁਸੀਂ ਇੱਕ ਹੋਰ ਕਰ ਲਈ, ਤੇ ਫਿਰ ਅਕਾਲ ਤਖਤ ਨੇ ਪਹਿਲੀ ਆਪਣੀ ਲਾਈਨ ਦੇ ਉੱਤੇ ਪਹਿਰਾ ਦੇ ਦਿੱਤਾ
ਕਿ ਅਸੀਂ ਪਹਿਲੀ ਲਾਈਨ 'ਤੇ ਖੜੇ ਹਾਂ। ਅੱਛਾ, ਇੱਕ ਚੀਜ਼ ਤੁਸੀਂ ਨੋਟ ਕੀਤੀ ਇਸ ਮਾਮਲੇ 'ਚ, ਉਹ ਪੰਜਾਬੀ 'ਚ ਕਹਿੰਦੇ ਹੁੰਦੇ ਨਾ, ਲੋਹੇ ਦਾ ਥਣ ਬਣਨਾ ਜੀ, ਹੈ ਨਾ। ਇਹ ਤਾਂ ਇੱਕ ਸਾਡੇ ਪੰਜਾਬ ਦੀ ਆਮ ਸਿੱਧੀ ਬਿਲਕੁਲ ਬਿਲਕੁਲ ਬਿਲਕੁਲ। ਦੋ ਸ਼੍ਰੋਮਣੀ ਕਮੇਟੀ ਮੈਂਬਰਾਂ, ਇੱਕ ਸ਼ਾਇਦ ਸਾਬਕਾ ਧਰਮ ਪ੍ਰਚਾਰ ਕਮੇਟੀ ਮੈਂਬਰ ਸੀ ਤੇ ਇੱਕ ਮੌਜੂਦਾ ਮੈਂਬਰ ਐਸਪੀ ਸੀ, ਗੁਰਿੰਦਰਪਾਲ ਸਿੰਘ ਗੋਰਾ ਤੇ ਰਤਨ ਸਿੰਘ ਜਫਰਵਾਲ। ਉਹਨਾਂ ਦੋਨਾਂ ਦੀ ਐਪਲੀਕੇਸ਼ਨ ਆਈ ਸੀ, ਕੋਈ ਵਿਚਾਰ ਨਹੀਂ ਹੋਈ, ਉਹਨੂੰ ਵਿਚਾਰਿਆ ਹੀ ਨਹੀਂ ਗਿਆ, ਵਿਚਾਰੇ ਨਹੀਂ ਗਿਆ। ਤੇ ਅੱਜ ਅਜੇ ਜਿਹੜੇ ਉਹ ਨਿਹੰਗ ਸਿੰਘ ਸੀਗੇ ਜਿਹੜਾ ਨੇ ਅੰਮ੍ਰਿਤ ਛਕਾਇਆ ਸੀ, ਉਹਨਾਂ ਦਾ ਵੀ ਆਇਆ ਸੀ ਸਾਡੀ ਕੋਲ, ਤੋਂ ਕੋਈ ਫੈਸਲਾ ਨਹੀਂ ਆਇਆ ਸੁਣਾਇਆ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸੰਕੇਤ ਬੜਾ ਸਪਸ਼ਟ ਹੈ ਕਿ ਇਹਨਾਂ ਵੱਲ ਵੇਖਣਾ ਹੀ ਨਹੀਂ। ਇਹਦਾ ਮਤਲਬ ਤਾਂ ਇਹੀ ਰਸਤਾ ਅਪਣਾਇਆ ਗਿਆ ਕਿ ਲੇਕਿਨ ਇਹ ਨਾਲ ਇੱਕ ਸੰਕੇਤ ਸਾਫ਼ ਹੈ ਕਿ ਜੇ ਤੁਸੀਂ ਵਾਕਿਆ ਹੀ ਅਕਾਲੀ ਹੋ, ਜੇ ਤੁਸੀਂ ਵਾਕਿਆ ਹੀ ਅਕਾਲੀ ਹੋ, ਪੰਥਕ ਹੋ, ਤੇ ਫਿਰ ਇਹਨਾਂ ਲੋਕਾਂ ਵੱਲ ਜੇ ਅਕਾਲ ਤਖਤ ਨਹੀਂ ਵੇਖ ਰਿਹਾ ਤੇ ਤੁਸੀਂ ਕਿੱਦਾਂ ਜਾ ਸਕਦੇ? ਨਹੀਂ, ਮਤਲਬ ਉਹਨਾਂ ਨੇ ਭੰਬਲ ਭੂਸਾ ਵੀ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਲਾਈਨ ਦਾ ਗੱਲ ਕਰਤੀ, ਇਹ ਵੀ ਨਹੀਂ ਕਿ ਚੋਪੀ ਧਾਰੀ ਹੈ, ਇੱਕ ਲਾਈਨ 'ਚ ਕਹਿਤਾ ਕਿ ਕੋਈ ਮਾਫੀ ਨਹੀਂ ਮਿਲੀ ਤੇ ਸੰਗਤ ਇਹਨਾਂ ਨਾਲ ਸੰਪਰਕ ਨਾ ਰੱਖੇ, ਸਾਂਝ ਨਾ ਰੱਖੇ। ਸੋ ਮੈਨੂੰ ਲੱਗਦਾ ਹੈ ਕਿ ਇਹ ਬੜਾ ਸਖਤ ਤੌਰ ਤਰੀਕਾ ਹੈ, ਔਰ ਬਾਕੀ ਜਿਹੜੇ ਮਸਲੇ ਆ ਉਹ ਤਾਂ ਅਸੀਂ ਅੱਗੇ ਜਾ ਕੇ ਵਿਚਾਰਦੇ ਰਵਾਂਗੇ। ਲੇਕਿਨ ਸਭ ਤੋਂ ਔਖੀ ਘਾਟੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਬਾਦਲ ਦੇ ਪ੍ਰਧਾਨ। ਮੈਨੂੰ ਇੱਕ ਚੀਜ਼ ਜਿਹੜੀ ਆ ਉਹ ਬਾਰ-ਬਾਰ ਮੇਰੇ ਸਾਹਮਣੇ ਆ ਰਹੀ ਹੈ ਕਿ ਆ ਥੋੜੇ ਦਿਨ ਰਹਿ ਗਏ ਆ, ਪਹਿਲਾਂ ਨਵੰਬਰ ਆਉਣਾ ਤੇ ਫਿਰ ਦਸੰਬਰ ਆਉਣਾ। ਓਹੋ, 100 ਸਾਲਾ ਨਵੰਬਰ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ 100 ਸਾਲਾ, 2 ਮਹੀਨੇ ਬਾਅਦ ਜਿਹੜੀ ਸ਼੍ਰੋਮਣੀ ਕਮੇਟੀ ਇਹ ਕਹਿੰਦੀ ਰਹੀ ਆ ਔਰ ਇਹ ਸੱਚ ਸਾਬਤ ਕਰਨ ਲਈ ਲੱਖਾਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਦਿੰਦੀ ਰਹੀ ਕਿ ਸਾਡਾ ਪ੍ਰਬੰਧ ਪਾਰਦਰਸ਼ੀ ਆ, ਲੇਕਿਨ ਉਹਦਾ ਇਸ ਜਾਂਚ ਰਿਪੋਰਟ ਨੇ ਆ ਕੇ ਪਰਦਾ ਫਾਸ਼ ਕਰ ਦਿੱਤਾ। ਬਿਲਕੁਲ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਜਿਹੜਾ ਅਕਾਲੀ ਦਲ ਬੜਾ ਚਾਅ ਨਾਲ ਹੁਣ 100 ਸਾਲਾ ਮਨਾਉਣਾ ਸੀ ਵੀ ਅਸੀਂ ਕੁਰਬਾਨੀਆਂ ਜੋ ਪੈਦਾ ਹੋਏ ਆ ਉਹਨਾਂ ਲਈ ਸੰਕੇਤ ਦੇਤਾ ਕਿ ਭਾਈ ਜੇ ਇਦਾਂ ਚੱਲਣਾ ਤਾਂ ਫਿਰ ਕੁਰਬਾਨੀ ਦੇਣ ਲਈ ਤਿਆਰ। ਦੇਖੋ, ਲੁਕਾ ਕੇ ਰੱਖਣ ਦੀ ਪ੍ਰਵਿਰਤੀ, ਫਿਰ ਕੁਰਬਾਨੀ ਦੇਣ ਲਈ ਤਿਆਰ ਹੋ ਜਾਓ। ਬਿਲਕੁਲ। ਸੋ ਇਹ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਨਾਲ ਪੰਜ ਸਿੰਘ ਸਾਹਿਬਾਨ ਵੱਖ-ਵੱਖ ਤਖਤਾਂ ਤੋਂ ਆਏ ਜਥੇਦਾਰਾਂ ਵੱਲੋਂ ਅੱਜ ਕੁਝ ਫੈਸਲੇ ਲਏ ਗਏ। ਫੈਸਲੇ ਸਪਸ਼ਟ ਤੇ ਸੰਕੇਤਕ ਇਹ ਵੀ ਨੇ ਕਿ ਅਕਾਲ ਤਖਤ ਹੁਣ ਉਹ ਕੀ ਕਹਿੰਦੇ ਹੁੰਦੇ ਆ, ਫੈਸਲਾ ਕਰਨ ਮੋੜ ਤੇ ਫੈਸਲੇ ਲੈਣ ਵਾਲੀ ਸਥਿਤੀ 'ਚ ਹੈ। ਸੋ ਮੂਡ ਤੇ ਮੋਡ ਦੋ ਵੱਖਰੇ ਸ਼ਬਦ ਨੇ, ਲੇਕਿਨ ਇੱਥੇ ਮੂਡ ਵੀ ਸਖਤ ਨੇ ਤੇ ਮੋਡ ਵੀ ਕੰਮ ਵਾਲੇ ਨੇ। ਸੋ ਤੁਸੀਂ ਵੀ ਨਜ਼ਰ ਬਣਾਈ ਰੱਖੋ। ਅਸੀਂ ਇੱਕ ਹੋਰ ਸੈਗਮੈਂਟ ਦੇ ਵਿੱਚ ਕਾਂਗਰਸ ਤੇ ਘਟਨਾਕ੍ਰਮ ਤੇ ਬਹੁਤ ਸਾਰੀਆਂ ਪੰਜਾਬ ਦੀਆਂ ਖਬਰਾਂ ਜਿਨ੍ਹਾਂ ਦੇ ਵਿੱਚ ਬਾਕੀ ਪੱਖ ਵੀ ਲੈ ਕੇ ਤੁਹਾਡੇ ਰੂਬਰੂ ਹੁੰਦੇ। ਬਹੁਤ ਮਿਹਰਬਾਨੀ।